My dear students of ninth class, today we are going to discuss a new lesson plants also breathe and feel। ਤਾਂ ਬੱਚੇ ਨਵਾਂ ਲੈਸਨ ਇੱਕ 9ਵੀਂ ਕਲਾਸ ਦਾ ਆਪਾਂ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਪੇੜ ਪੌਦੇ ਵੀ ਸਾਹ ਲੈਂਦੇ ਆ ਤੇ ਮਹਿਸੂਸ ਕਰਦੇ ਨੇ ਇਹਦੇ ਬਾਰੇ ਆਪਾਂ ਜਾਣਕਾਰੀ ਹਾਸਲ ਕਰਾਂਗੇ। It was an event that surprised the scientific world. It was an undreamed of thing. Here was a man who had built a unique instrument that could measure the growth of the plant. ਇੱਕ ਅਜਿਹੀ ਘਟਨਾ ਸੀ ਜਿਸ ਨੇ ਵਿਗਿਆਨਿਕ ਸੰਸਾਰ ਨੂੰ ਹੈਰਾਨ ਕਰ ਦਿੱਤਾ। ਇਹ ਚੀਜ਼ ਇੱਕ ਸੁਪਨੇ ਵਾਂਗ ਸੀ। ਇਹ ਇੱਕ ਆਦਮੀ ਸੀ ਜਿਸ ਨੇ ਇੱਕ ਅਨੋਖਾ ਸਾਧਨ ਬਣਾਇਆ ਸੀ ਜੋ ਪੌਦਿਆਂ ਦੇ ਵਾਧੇ ਨੂੰ ਮਾਪ ਸਕਦਾ ਸੀ। Here was a man who had proved with this wonderful machine that plants have heart and can feel. The machine showed that plants have sight and a sense which tells them that a stranger is approaching मतलब ਆ ਰਿਹਾ ਆਉਣਾ। ਇੱਕ ਆਦਮੀ ਸੀ ਜਿਸ ਨੇ ਇਹ ਸ਼ਾਨਦਾਰ ਮਸ਼ੀਨ ਨਾਲ ਸਾਬਤ ਕਰ ਦਿੱਤਾ ਸੀ ਕਿ ਪੌਦਿਆਂ ਦੇ ਦਿਲ ਹਨ ਅਤੇ ਉਹ ਮਹਿਸੂਸ ਕਰ ਸਕਦੇ ਹਨ। ਮਸ਼ੀਨ ਨੇ ਦਿਖਾਇਆ ਕਿ ਪੌਦਿਆਂ ਦੀ ਨਜ਼ਰ ਅਤੇ ਸਮਝ ਹੈ ਜੋ ਉਹਨਾਂ ਨੂੰ ਦੱਸਦੀ ਹੈ ਕਿ ਅਜਨਬੀ ਨੇੜੇ ਆ ਰਿਹਾ, ਯਾਨੀ ਕੋਈ ਅਣਜਾਣ ਵਿਅਕਤੀ ਜੇਕਰ ਉਹਨਾਂ ਦੇ ਲਾਗੇ ਆਉਂਦਾ ਹੈ ਤਾਂ ਉਹ ਪੌਦਿਆਂ ਨੂੰ ਪਤਾ ਲੱਗ ਜਾਂਦਾ ਹੈ। ਇਹ ਉਹ ਮਸ਼ੀਨ ਦੱਸਦੀ ਸੀ। Your instrument is a wonderful thing, said the great man who had come to the Paris Congress of Science 1900. They were amazed as the inventor showed them how to use the machine. ਤੁਹਾਡਾ ਸਾਧਨ, ਤੁਹਾਡੀ ਮਸ਼ੀਨ ਇੱਕ ਸ਼ਾਨਦਾਰ ਚੀਜ਼ ਹੈ। ਪੈਰਿਸ ਕਾਂਗਰਸ ਆਫ ਸਾਇੰਸ 1900 ਦੇ ਵਿੱਚ ਜਿਹੜੀ ਹੋਈ ਸੀ ਉਹਦੇ ਵਿੱਚ ਜਿਹੜੇ ਲੋਕ ਆਏ ਸੀਗੇ ਉਹਨਾਂ ਨੇ ਕਿਹਾ, ਉਹ ਹੈਰਾਨ ਰਹਿ ਗਏ ਕਿਉਂਕਿ ਖੋਜਕਾਰ ਨੇ ਉਹਨਾਂ ਨੂੰ ਦਿਖਾਇਆ ਕਿ ਇਹ ਮਸ਼ੀਨ ਕਿਵੇਂ ਕੰਮ ਕਰਦੀ ਹੈ। What do you call this instrument? They asked. A crescograph, replied Jagdish Chandra Bose, the great scientist who had built this wonderful machine. And where was it made? The scientist asked. ਤੁਸੀਂ ਇਸ ਸਾਧਨ ਨੂੰ ਕੀ ਕਹਿੰਦੇ ਹੋ? ਉਹਨਾਂ ਨੇ ਪੁੱਛਿਆ। ਕ੍ਰੈਸਕੋਗ੍ਰਾਫ, ਇਹ ਵਿਗਿਆਨੀ ਜਿਹੜਾ ਸੀ ਜਗਦੀਸ਼ ਚੰਦਰ ਬੋਸ, ਉਹਨੇ ਉੱਤਰ ਦਿੱਤਾ, ਜਿਸ ਨੇ ਇਸ ਸ਼ਾਨਦਾਰ ਮਸ਼ੀਨ ਦਾ ਨਿਰਮਾਣ ਕੀਤਾ ਸੀ। ਅਤੇ ਇਸ ਨੂੰ ਕਿੱਥੇ ਬਣਾਇਆ ਗਿਆ ਸੀ? ਵਿਗਿਆਨੀਆਂ ਨੇ ਪੁੱਛਿਆ। ਯਾਨੀ 1900 ਦੇ ਵਿੱਚ ਪੈਰਿਸ ਦੇ ਵਿੱਚ ਇੱਕ ਕਨਵੈਨਸ਼ਨ ਹੋਈ ਸੀ, ਉੱਥੇ ਜਿਹੜੇ ਲੋਕ ਇਕੱਠੇ ਹੋਏ ਸੀ ਉਹਨਾਂ ਨੇ ਮਸ਼ੀਨ ਦੇਖੀ ਤਾਂ ਜਗਦੀਸ਼ ਚੰਦਰ ਬੋਸ ਨੂੰ ਪੁੱਛਿਆ ਵੀ ਕਿੱਥੇ ਬਣਾਇਆ। ਇਨ ਇੰਡੀਆ ਵਾਜ਼ ਦਾ ਆਨਸਰ। ਦਾ ਰਿਪਲਾਈ ਕਾਜ਼ਡ ਗ੍ਰੇਟ ਸਰਪ੍ਰਾਈਜ਼। ਇੰਡੀਆ ਇਨ ਦਾ 19th century, ਸੈਂਚਰੀ ਹੁੰਦਾ ਸ਼ਤਾਬਦੀ, was well known for its greatness in the field of fine arts, literature and philosophy. ਭਾਰਤ ਵਿੱਚ, ਜੋ ਪੁੱਛਿਆ ਵੀ ਮਸ਼ੀਨ ਕਿੱਥੇ ਬਣਾਈ, ਉਹਨਾਂ ਨੇ ਕਿਹਾ ਵੀ ਭਾਰਤ ਵਿੱਚ। ਜਵਾਬ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਉਸ ਵੇਲੇ ਭਾਰਤ ਜਿਹੜਾ ਆ ਲੋਕ ਕਲਾਵਾਂ, ਸਾਹਿਤ, ਦਰਸ਼ਨ ਇਹਨਾਂ ਖੇਤਰਾਂ ਦੇ ਵਿੱਚ ਜ਼ਿਆਦਾ ਮਸ਼ਹੂਰ ਸੀ ਅਤੇ ਆਪਣੀ ਮਹਾਨਤਾ ਰੱਖਦਾ ਸੀ। ਵਿਗਿਆਨ ਦੇ ਖੇਤਰ ਦੇ ਵਿੱਚ ਭਾਰਤ ਨੇ ਕੋਈ ਬਹੁਤੀ ਤਰੱਕੀ ਨਹੀਂ ਕੀਤੀ ਸੀ, ਇਸ ਕਰਕੇ ਲੋਕ ਸਾਰੇ ਹੈਰਾਨ ਹੋ ਗਏ। ਬਟ ਇਨ ਦਾ ਫੀਲਡ ਆਫ ਸਾਇੰਸ ਇਟ ਹੈਡ not progressed much. Sir Jagdish Chandra Bose with his invention made a name for himself and his country in the scientific world. ਪਰ ਵਿਗਿਆਨ ਦੇ ਖੇਤਰ ਵਿੱਚ ਭਾਰਤ ਨੇ ਜ਼ਿਆਦਾ ਤਰੱਕੀ ਨਹੀਂ ਕੀਤੀ ਸੀ। ਸਰ ਜਗਦੀਸ਼ ਚੰਦਰ ਬੋਸ ਨੇ ਆਪਣੀ ਇਸ ਖੋਜ ਨਾਲ ਵਿਗਿਆਨਿਕ ਸੰਸਾਰ ਵਿੱਚ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਕਾਇਮ ਕੀਤਾ। Bose was born in 1858 in a village in Bengal. After studying physics at Calcutta University, he went to England for further studies. He graduated from Cambridge, then returned to India and was appointed professor of physics at Presidency College in Calcutta. ਬੋਸ ਦਾ ਜਨਮ 1858 ਵਿੱਚ ਬੰਗਾਲ ਦੇ ਇੱਕ ਪਿੰਡ ਵਿੱਚ ਹੋਇਆ ਸੀ। ਕਲਕੱਤਾ ਯੂਨੀਵਰਸਿਟੀ ਵਿੱਚ ਭੌਤਿਕ ਵਿਗਿਆਨ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਅਗਲੀ ਪੜ੍ਹਾਈ ਲਈ ਇੰਗਲੈਂਡ ਚਲਾ ਗਿਆ।
ਉਹ ਕੈਂਬਰਿਜ ਤੋਂ ਗ੍ਰੈਜੂਏਟ ਹੋਇਆ, ਫਿਰ ਭਾਰਤ ਵਾਪਸ ਆਇਆ ਅਤੇ ਕਲਕੱਤਾ ਦੇ ਪ੍ਰੈਜ਼ੀਡੈਂਸੀ ਕਾਲਜ ਵਿਖੇ ਭੌਤਿਕ ਵਿਗਿਆਨ ਦਾ ਪ੍ਰੋਫੈਸਰ ਨਿਯੁਕਤ ਹੋਇਆ। A 3-year struggle began between Bose and the government, in which he was victorious. Victorious ਹੁੰਦਾ ਜੇਤੂ, struggle ਹੁੰਦਾ ਸੰਘਰਸ਼। An Indian in those days of British rule usually received 2/3 of the salary paid to a European professor. Salary ਤਨਖਾਹ। ਬੋਸ ਅਤੇ ਸਰਕਾਰ ਵਿਚਾਲੇ 3 ਸਾਲ ਦਾ ਸੰਘਰਸ਼ ਸ਼ੁਰੂ ਹੋਇਆ, ਜਿਸ ਵਿੱਚ ਉਹ ਜੇਤੂ ਰਿਹਾ। ਬ੍ਰਿਟਿਸ਼ ਸ਼ਾਸਨ ਦੇ ਉਹਨਾਂ ਦਿਨਾਂ ਵਿੱਚ ਇੱਕ ਭਾਰਤੀ ਆਮ ਤੌਰ 'ਤੇ ਯੂਰਪੀਅਨ ਪ੍ਰੋਫੈਸਰ ਨੂੰ ਦਿੱਤੀ ਜਾਣ ਵਾਲੀ ਤਨਖਾਹ ਦਾ 2/3 ਹਿੱਸਾ ਹੀ ਪ੍ਰਾਪਤ ਕਰਦਾ ਸੀ। ਯਾਨੀ ਜੋ ਤਨਖਾਹ ਇੰਗਲੈਂਡ ਦੇ ਜਾਂ ਯੂਰਪ ਦੇ ਪ੍ਰੋਫੈਸਰਾਂ ਨੂੰ ਦਿੱਤੀ ਜਾਂਦੀ ਸੀ, ਅੰਗਰੇਜ਼ਾਂ ਨੂੰ ਦਿੱਤੀ ਜਾਂਦੀ ਸੀ, ਭਾਰਤੀਆਂ ਨੂੰ ਉਹਦਾ ਸਿਰਫ ਦੂਸਰਾ ਹਿੱਸਾ ਹੀ ਮਿਲਦਾ ਸੀ। ਯਾਨੀ ਉਹਦੇ 2/3 ਹਿੱਸੇ ਹੀ ਮਿਲਦੇ ਸੀ, ਯਾਨੀ ਉਹਨਾਂ ਤੋਂ ਘੱਟ ਤਨਖਾਹ ਦਿੱਤੀ ਜਾਂਦੀ ਸੀ। ਇਸ ਗੱਲ 'ਤੇ ਬੋਸ ਨੇ ਜਿਹੜਾ ਬ੍ਰਿਟਿਸ਼ ਸ਼ਾਸਨ ਦੇ ਨਾਲ ਸੰਘਰਸ਼ ਕੀਤਾ। ਕਿੰਨੇ ਸਾਲ? 3 ਸਾਲ। Bose's appointment was a temporary one, so he was given only half the rate of European. Bose was not the man to take this quietly. He felt that people who did the same amount and same kind of work should be paid the same salary, whatever race or nation they belong to. ਬੋਸ ਨੂੰ ਜਿਹੜਾ ਪ੍ਰੋਫੈਸਰ ਨਿਯੁਕਤ ਕੀਤਾ ਗਿਆ ਸੀ, ਪਰ ਉਹ ਟੈਂਪਰੇਰੀ ਸੀ, ਪੱਕਾ ਨਹੀਂ ਸੀ, ਕੱਚਾ ਸੀ। ਇਸ ਕਰਕੇ ਉਹਨੂੰ 2/3 ਵੀ ਨਹੀਂ ਮਿਲਦੀ ਸੀ ਤਨਖਾਹ, ਸਗੋਂ ਯੂਰੋਪੀਅਨ ਪ੍ਰੋਫੈਸਰ ਤੋਂ ਅੱਧੀ ਤਨਖਾਹ ਮਿਲਦੀ ਸੀ। ਬੋਸ ਉਹ ਆਦਮੀ ਨਹੀਂ ਸੀ ਜੋ ਇਹ ਸਾਰੀਆਂ ਚੀਜ਼ਾਂ ਨੂੰ ਚੁੱਪਚਾਪ ਮੰਨ ਲੈਂਦਾ। ਉਸ ਨੇ ਮਹਿਸੂਸ ਕੀਤਾ ਕਿ ਜਿਨ੍ਹਾਂ ਲੋਕਾਂ ਨੇ ਇੱਕੋ ਜਿਹੇ ਕੰਮ ਕੀਤੇ ਨੇ ਜਾਂ ਜਿਹੜੇ ਲੋਕ ਇੱਕੋ ਜਿਹੇ ਕੰਮ ਕਰਦੇ ਹਨ, ਉਹਨਾਂ ਨੂੰ ਇੱਕੋ ਜਿਹੀ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ, ਭਾਵੇਂ ਉਹ ਕਿਸੇ ਵੀ ਜਾਤ ਦੇ ਜਾਂ ਕਿਸੇ ਵੀ ਦੇਸ਼ ਦੇ ਜਾਂ ਕਿਸੇ ਵੀ ਕੌਮ ਦੇ ਹੋਣ। ਇਹ ਨਹੀਂ ਹੈ ਵੀ ਉਹ ਅੰਗਰੇਜ਼ ਆ ਅਤੇ ਉਹਨਾਂ ਨੂੰ ਜ਼ਿਆਦਾ ਤਨਖਾਹ ਦਿੱਤੀ ਜਾਵੇ ਅਤੇ ਅਸੀਂ ਭਾਰਤੀ ਹਾਂ ਅਤੇ ਸਾਨੂੰ ਘੱਟ ਤਨਖਾਹ ਦਿੱਤੀ ਜਾਵੇ। ਇਸ ਗੱਲ ਨੂੰ ਮੰਨਣ ਲਈ ਬੋਸ ਤਿਆਰ ਨਹੀਂ ਸੀ। It is worth remembering that discoveries do not come from the faithful followers and the yes men of science. They come from the doubters and rebels. Doubter ਹੁੰਦਾ ਜਿਹੜੇ ਸ਼ੱਕ ਕਰਦੇ ਆ, ਰੇਬਲਸ ਹੁੰਦਾ ਬਾਗੀ, ਜਿਨ੍ਹਾਂ ਦਾ ਸੁਭਾਅ ਦੇ ਵਿੱਚ ਜਿਹੜੀ ਗਲਤ ਗੱਲ ਹੈ ਉਹਨੂੰ ਮੰਨਣਾ ਨਹੀਂ ਲਿਖਿਆ ਹੁੰਦਾ, ਉਹਨੂੰ ਰੇਬਲਸ ਕਹਿੰਦੇ ਆ। ਬੋਸ ਵਾਸ ਬਾਈ ਨੇਚਰ ਏ ਰੇਬਲ। ਇਹ ਯਾਦ ਰੱਖਣ ਯੋਗ ਹੈ ਕਿ ਖੋਜਾਂ ਵਫਾਦਾਰ ਪੈਰੋਕਾਰਾਂ ਜਾਂ ਵਿਗਿਆਨ ਦੇ ਹਾਂ ਆਦਮੀਆਂ ਦੁਆਰਾ ਨਹੀਂ ਕੀਤੇ। ਹਾਂ ਆਦਮੀ ਯਾਨੀ ਯੈਸ ਮੈਨ, ਜਿਹੜੇ ਹਾਂਜੀ ਹਾਂਜੀ ਕਰਦੇ ਆ, ਉਹਨੂੰ ਯੈਸ ਮੈਨ ਕਹਿੰਦੇ ਆ। ਉਹ ਸ਼ੱਕੀਆਂ ਅਤੇ ਬਾਗੀਆਂ ਤੋਂ ਆਉਂਦੀਆਂ ਹਨ। ਬੋਸ ਸੁਭਾਅ ਨਾਲ ਇੱਕ ਬਾਗੀ ਸੀ, ਯਾਨੀ ਜਿਹੜੇ ਬੰਦੇ ਕਿਸੇ ਚੀਜ਼ 'ਤੇ ਡਾਊਟ ਕ੍ਰੀਏਟ ਕਰਦੇ ਆ, ਸੋਚਦੇ ਉਹਦੇ ਬਾਰੇ, ਉਹ ਹੀ ਖੋਜਾਂ ਕਰਦੇ ਆ। He refused to touch any part of his salary for 3 years. It was a question of his self-respect and he was not ready to give up his principles. In the end, victory was his. ਉਸਨੇ 3 ਸਾਲ ਤੋਂ ਆਪਣੀ ਤਨਖਾਹ ਦੇ ਕਿਸੇ ਵੀ ਹਿੱਸੇ ਨੂੰ ਛੂਹਣ ਤੋਂ ਇਨਕਾਰ ਕਰ ਦਿੱਤਾ, ਯਾਨੀ 3 ਸਾਲ ਉਹਨੇ ਆਪਣੀ ਤਨਖਾਹ ਨਹੀਂ ਲਈ। ਇਹ ਉਸਦੇ ਆਤਮ ਸਨਮਾਨ ਦਾ ਸਵਾਲ ਸੀ ਅਤੇ ਉਹ ਆਪਣੇ ਸਿਧਾਂਤਾਂ ਨੂੰ ਤਿਆਗਣ ਲਈ ਤਿਆਰ ਨਹੀਂ ਸੀ। ਅੰਤ ਵਿੱਚ ਜਿੱਤ ਉਸ ਦੀ ਹੋਈ। ਬੋਸ ਨਾਓ ਬਿਗਨ ਦਾ ਵਰਕ ਵਿਚ ਹੈਜ਼ ਮੇਡ ਹਿਮ ਫੇਮਸ। ਫੇਮਸ ਹੁੰਦਾ ਪ੍ਰਸਿੱਧ, ਮਸ਼ਹੂਰ। ਆਲ ਓਵਰ ਦਾ ਵਰਲਡ। ਹੀ ਹੈਡ ਫਰੋਮ ਬॉयहुड, ਬॉयहुड ਕਹਿੰਦੇ ਬਚਪਨ ਨੂੰ, ਬੀਨ ਇੰਟਰਸਟਿਡ ਇਨ ਐਨੀਮਲ ਐਂਡ ਪਲਾਂਟ ਲਾਈਫ ਐਂਡ ਨਾਓ his work in physics led him back to his old love. ਬੋਸ ਨੇ ਹੁਣ ਉਹ ਕੰਮ ਸ਼ੁਰੂ ਕੀਤਾ ਜਿਸ ਨੇ ਉਸ ਨੂੰ ਪੂਰੀ ਦੁਨੀਆ ਵਿੱਚ ਮਸ਼ਹੂਰ ਕੀਤਾ ਹੈ। ਉਹ ਬਚਪਨ ਤੋਂ ਹੀ ਜਾਨਵਰਾਂ ਅਤੇ ਪੌਦਿਆਂ ਦੀ ਜ਼ਿੰਦਗੀ ਵਿੱਚ ਦਿਲਚਸਪੀ ਰੱਖਦਾ ਸੀ
ਅਤੇ ਹੁਣ ਭੌਤਿਕ ਵਿਗਿਆਨ ਵਿੱਚ ਉਸ ਦੇ ਕੰਮ ਨੇ ਉਸ ਨੂੰ ਆਪਣੇ ਪੁਰਾਣੇ ਪਿਆਰ ਵੱਲ ਵਾਪਸ ਕਰ ਦਿੱਤਾ। ਯਾਨੀ ਜਾਨਵਰਾਂ ਅਤੇ ਪੇੜ ਪੌਦਿਆਂ ਵੱਲ ਉਹ ਦੁਬਾਰਾ ਧਿਆਨ ਦੇਣ ਲੱਗ ਪਿਆ। He had noticed that his ਵਾਇਰਲੈਸ ਰਿਸੀਵਰ ਯਾਨੀ ਜਿਹਦੇ ਤੋਂ ਆਪਾਂ ਕੋਈ ਸੰਕੇਤ ਪ੍ਰਾਪਤ ਕਰਦੇ ਹਾਂ, ਵਾਇਰਲੈਸ ਬਿਨਾਂ ਤਾਰ ਤੋਂ, ਜਿਵੇਂ ਹੁਣ ਮੋਬਾਈਲ ਵਗੈਰਾ ਵੀ ਵਾਇਰਲੈਸ ਹੀ ਆ, ਇਹਨਾਂ 'ਚ ਤਾਰ ਨਹੀਂ ਹੁੰਦੀ। ਇਸੇ ਤਰ੍ਹਾਂ ਪਹਿਲਾਂ ਵਾਇਰਲੈਸ ਰਿਸੀਵਰ ਹੁੰਦੇ ਸੀ। ਸ਼ੋਡ ਹਿਮ ਸਾਈਨਸ ਆਫ ਟਾਇਰਡਨੈਸ ਹੁੰਦਾ ਥਕਾਵਟ, ਆਫਟਰ ਇਟ ਹੈਡ ਬੀਨ ਇਨ ਯੂਜ਼ ਫਾਰ ਸਮ ਟਾਈਮ, but in some strange way got back its power and after being rest aram. Here was food for thought, the kind of thought from which great discoveries come. Discovery ਖੋਜ। ਉਸਨੇ ਨੋਟ ਕੀਤਾ ਕਿ ਉਸ ਦੇ ਵਾਇਰਲੈਸ ਪ੍ਰਾਪਤ ਕਰਨ ਵਾਲੀ ਮਸ਼ੀਨ ਨੇ ਕੁਝ ਸਮੇਂ ਲਈ ਵਿੱਚ ਵਰਤੋਂ 'ਚ ਆਉਣ ਤੋਂ ਬਾਅਦ ਥਕਾਵਟ ਦੇ ਸੰਕੇਤ ਦਿੱਤੇ। ਯਾਨੀ ਕੁਛ ਦਿਨ ਚੱਲਣ ਤੋਂ ਬਾਅਦ ਜਿਹੜੀਆਂ ਮਸ਼ੀਨਾਂ ਵੀ ਥਕਾਵਟ ਮਹਿਸੂਸ ਕਰਦੀਆਂ ਆ, ਉਹ ਇਹ ਕਹਿਣਾ ਚਾਹੁੰਦਾ। ਪਰ ਕੁਝ ਅਜੀਬ ਢੰਗ ਨਾਲ ਆਰਾਮ ਤੋਂ ਬਾਅਦ ਇਸ ਦੀ ਸ਼ਕਤੀ ਵਾਪਸ ਆ ਗਈ, ਪਰ ਥੋੜ੍ਹੇ ਚਿਰ ਬਾਅਦ ਇਹ ਸਾਰੀ ਇਹਦੀ ਪਾਵਰ ਵਾਪਸ ਆ ਗਈ। ਇਹ ਵਿਚਾਰਾਂ ਲਈ ਭੋਜਨ ਸੀ, ਸੋਚ ਦੀ ਉਹ ਕਿਸਮ ਜਿਸ ਤੋਂ ਮਹਾਨ ਖੋਜਾਂ ਆਉਂਦੀਆਂ ਹਨ। ਯਾਨੀ ਇੱਦਾਂ ਦੀ ਸੋਚ ਤੋਂ ਹੀ ਅੱਗੇ ਜਾ ਕੇ ਖੋਜਾਂ ਜਿਹੜੀਆਂ ਹੁੰਦੀਆਂ ਆ, ਕਿਉਂਕਿ ਨਹੀਂ ਤਾਂ ਕੌਣ ਸੋਚਦਾ ਵੀ ਮਸ਼ੀਨ ਵੀ ਥੱਕ ਸਕਦੀ। ਇਹ ਸੋਚ ਜਿਹੜੀ ਆ ਕੁਛ ਖਾਸ ਬੰਦਿਆਂ ਦੀ ਹੀ ਹੁੰਦੀ ਆ ਅਤੇ ਹੋ ਸਕਦੀ ਆ। Until the end of Middle Ages, the world was looked on as one beautiful unity ਹੁੰਦੀ ਏਕਤਾ, created by God. Man believed that everything in the world from man to rock and stones had its place and purpose. The discoveries of Galileo and Newton changed the world picture. ਮੱਧਕਾਲ ਦੇ ਅੰਤ ਤੱਕ ਦੁਨੀਆ ਨੂੰ ਰੱਬ ਦੁਆਰਾ ਬਣਾਈ ਗਈ ਇੱਕ ਸੁੰਦਰ ਏਕਤਾ ਦੇ ਰੂਪ ਵਿੱਚ ਦੇਖਿਆ ਜਾਂਦਾ ਸੀ। ਯਾਨੀ ਸਾਰਾ ਸੰਸਾਰ ਇੱਕ ਸੀ ਮੱਧਕਾਲ ਤੱਕ। ਮਨੁੱਖ ਦਾ ਵਿਸ਼ਵਾਸ ਸੀ ਕਿ ਮਨੁੱਖ ਤੋਂ ਲੈ ਕੇ ਚੱਟਾਨਾਂ ਪੱਥਰਾਂ ਤੱਕ ਦੀ ਦੁਨੀਆ ਦੀ ਹਰ ਚੀਜ਼ ਦਾ ਆਪਣਾ ਸਥਾਨ ਅਤੇ ਉਦੇਸ਼ ਹੈ। ਯਾਨੀ ਧਰਤੀ 'ਤੇ ਜੋ ਵੀ ਕੁਛ ਬਣਿਆ ਆ, ਕੁਦਰਤ ਨੇ ਜੋ ਕੁਛ ਬਣਾਇਆ, ਭਾਵੇਂ ਚੱਟਾਨਾਂ ਆ, ਭਾਵੇਂ ਪੱਥਰ ਆ, ਭਾਵੇਂ ਪੇੜ ਪੌਦੇ, ਉਹਦਾ ਹਰ ਇੱਕ ਚੀਜ਼ ਦੀ ਆਪਣੀ ਮਹੱਤਤਾ ਅਤੇ ਆਪਣਾ ਉਹਦਾ ਉਦੇਸ਼ ਆ। ਗੈਲੀਲੀਓ ਅਤੇ ਨਿਊਟਨ ਦੀਆਂ ਖੋਜਾਂ ਨੇ ਵਿਸ਼ਵ ਦੀ ਤਸਵੀਰ ਬਦਲ ਦਿੱਤੀ। ਇਹ ਦੋ ਮਹਾਨ ਖੋਜੀ ਹੋਏ ਆ। Man began to study each branch of science separately with greater detail, and there developed several different kinds of sciences. Both, however, recognize a unity among all these different branches of science. ਮਨੁੱਖ ਨੇ ਵਿਗਿਆਨ ਦੀ ਹਰੇਕ ਸ਼ਾਖਾ ਨੂੰ ਵਧੇਰੇ ਵਿਸਥਾਰ ਨਾਲ ਅਧਿਐਨ ਕਰਨਾ ਆਰੰਭ ਕਰਤਾ ਅਤੇ ਇੱਥੇ ਕਈ ਤਰ੍ਹਾਂ ਦੇ ਵਿਗਿਆਨ ਵਿਕਸਿਤ ਕੀਤੇ। ਬੋਸ ਨੇ ਹਾਲਾਂਕਿ ਵਿਗਿਆਨ ਦੀਆਂ ਇਹਨਾਂ ਸਾਰੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਏਕਤਾ ਨੂੰ ਪਛਾਣ ਲਿਆ ਹੈ। ਯਾਨੀ ਸਾਇੰਸ ਦੀਆਂ ਬਹੁਤ ਸਾਰੀਆਂ ਬ੍ਰਾਂਚਾਂ ਹੈ, ਪਰ ਅਸਲ ਦੇ ਵਿੱਚ ਉਹ ਸਾਰੀਆਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਆ। ਇਸ ਗੱਲ ਨੂੰ ਬੋਸ ਨੇ ਪਛਾਣ ਲਿਆ। He realized that there was a similarity in behavior of lifeless and living things. It was, however, not easy to convince others. Convince ਹੁੰਦਾ ਕਿਸੇ ਨੂੰ ਮਨਾਉਣਾ, ਕਿਸੇ ਨੂੰ ਆਪਣੀ ਗੱਲ ਨਾਲ ਸਹਿਮਤ ਕਰਨਾ। People hold on to their old beliefs and do not like to change them. Both suggested that the animal, vegetable and mineral kingdom were one and had a great deal in common. ਉਸ ਨੂੰ ਅਹਿਸਾਸ ਹੋਇਆ ਕਿ ਬੇਜਾਨ ਅਤੇ ਜੀਵਤ ਚੀਜ਼ਾਂ ਦੇ ਵਿਵਹਾਰ ਵਿੱਚ ਇੱਕ ਸਮਾਨਤਾ ਸੀ, ਪਰ ਦੂਜਿਆਂ ਨੂੰ ਯਕੀਨ ਦਿਵਾਉਣਾ ਸੌਖਾ ਨਹੀਂ ਸੀ। ਲੋਕ ਆਪਣੇ ਪੁਰਾਣੇ ਵਿਸ਼ਵਾਸਾਂ ਨੂੰ ਫੜ ਕੇ ਬੈਠੇ ਸੀ ਅਤੇ ਉਹਨਾਂ ਨੂੰ ਬਦਲਣਾ ਨਹੀਂ ਚਾਹੁੰਦੇ ਸੀ। ਬੋਸ ਨੇ ਸੁਝਾਅ ਦਿੱਤਾ ਕਿ ਜਾਨਵਰਾਂ, ਸਬਜ਼ੀਆਂ ਅਤੇ ਖਣਿਜ ਇਹ ਸਾਰੇ ਇੱਕ ਆ ਅਤੇ ਇਹਨਾਂ ਵਿੱਚ ਬਹੁਤ ਕੁਝ ਸਾਂਝਾ ਆ। ਇਹਨਾਂ ਵਿੱਚ ਕਈ ਚੀਜ਼ਾਂ ਜਿਹੜੀਆਂ ਸਾਂਝੀਆਂ ਆ। ਇਹ ਗੱਲ ਬੋਸ ਕਹਿੰਦਾ ਸੀ। He said that plant and metals had a life of their own and could become tired, depressed ਹੁੰਦਾ ਉਦਾਸ ਹੋਣਾ, and happy ਖੁਸ਼ ਹੋਣਾ। People laughed at him, laugh ਮਤਲਬ ਹੱਸਣਾ। They did not take him seriously. ਉਸਨੇ ਕਿਹਾ ਕਿ ਪੌਦੇ ਅਤੇ ਧਾਤ ਦੀ ਆਪਣੀ ਇੱਕ ਜ਼ਿੰਦਗੀ ਹੈ।
ਉਹ ਥੱਕੇ ਹੋਏ ਉਦਾਸ ਅਤੇ ਖੁਸ਼ ਹੋ ਸਕਦੇ ਹਨ। ਕੌਣ? ਪਲਾਂਟਸ ਅਤੇ ਮੈਟਲਸ ਕੀ ਹੁੰਦਾ? ਧਾਤੂ, ਜਿਵੇਂ ਐਲੂਮੀਨੀਅਮ ਹੋ ਗਿਆ, ਲੋਹਾ ਹੋ ਗਿਆ, ਇੱਦਾਂ ਦੀ ਚੀਜ਼ਾਂ ਆਪਣੇ ਘਰਾਂ 'ਚ, ਸਟੀਲ ਜਿਹੜਾ ਪਿਆ ਹੁੰਦਾ ਨਾ, ਤਾਂਬਾ ਹੋ ਗਿਆ, ਇਹ ਸਾਰੀਆਂ ਮੈਟਲਸ ਨੇ। ਲੋਕ ਉਸ 'ਤੇ ਹੱਸ ਪਏ ਜਦੋਂ ਉਹਨੇ ਇੱਦਾਂ ਕਿਹਾ, ਤਾਂ ਲੋਕ ਉਹਦੀ ਗੱਲ 'ਤੇ ਹੱਸ ਪਏ ਵੀ ਇੱਦਾਂ ਵੀ ਹੋ ਸਕਦਾ ਜਿੱਦਾਂ ਇਹ ਕਹਿੰਦੇ ਆ। ਉਹਨਾਂ ਨੇ ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ, ਉਹਦੀ ਗੱਲ ਨੂੰ ਉਹਨਾਂ ਨੇ ਮੰਨਿਆ ਹੀ ਨਹੀਂ। ਬੋਸ ਨਿਊ ਹੀ ਵਾਜ਼ ਰਾਈਟ ਐਂਡ ਹੀ ਪ੍ਰੂਵਡ ਇਟ। ਪ੍ਰੂਵ ਦਾ ਮਤਲਬ ਸਾਬਿਤ ਕਰਨਾ। To begin with, he designed and built a machine which recorded his findings with maximum exactness. Exactness ਹੁੰਦਾ ਪੂਰਾ ਸਹੀ ਦੱਸਣਾ। This was the Crescograph. ਉਹ ਮਸ਼ੀਨ ਦਾ ਨਾਮ ਸੀ Crescograph. The amazing instrument which records the growth of plants. ਬੋਸ ਜਾਣਦਾ ਸੀ ਕਿ ਉਹ ਸਹੀ ਸੀ ਅਤੇ ਉਸ ਨੇ ਇਸ ਨੂੰ ਸਾਬਤ ਕਰ ਦਿੱਤਾ। ਸ਼ੁਰੂ ਕਰਨ ਲਈ ਉਸਨੇ ਇੱਕ ਮਸ਼ੀਨ ਤਿਆਰ ਕੀਤੀ ਅਤੇ ਬਣਾਈ ਜਿਸ ਨੇ ਉਸ ਦੇ ਨਤੀਜੇ ਨੂੰ ਵੱਧ ਤੋਂ ਵੱਧ ਸ਼ੁੱਧਤਾ ਨਾਲ ਦਰਜ ਕੀਤਾ, ਯਾਨੀ ਵੱਧ ਤੋਂ ਵੱਧ ਸਹੀ ਦੱਸਿਆ ਉਹਦੇ ਨਤੀਜੇ ਜੋ ਕਹਿੰਦਾ ਸੀ। ਇੱਕ ਮਸ਼ੀਨ ਉਹਨੇ ਬਣਾਈ, ਉਹਦਾ ਨਾਂ ਸੀ ਕ੍ਰੈਸਕੋਗ੍ਰਾਫ। ਇਹ ਕ੍ਰੈਸਕੋਗ੍ਰਾਫ ਇੱਕ ਹੈਰਾਨੀਜਨਕ ਸਾਧਨ ਸੀ ਜੋ ਪੌਦਿਆਂ ਦੇ ਵਾਧੇ ਨੂੰ ਰਿਕਾਰਡ ਕਰਦਾ ਸੀ। ਕੀ ਕਰਦਾ ਸੀ? ਪੌਦਿਆਂ ਦੇ ਵਾਧੇ ਨੂੰ ਰਿਕਾਰਡ ਕਰਦਾ ਸੀ। ਐਸੀ ਇੱਕ ਮਸ਼ੀਨ ਉਹਨੇ ਤਿਆਰ ਕੀਤੀ ਜਿਹਦਾ ਨਾਂ ਸੀ ਕ੍ਰੈਸਕੋਗ੍ਰਾਫ। ਇਟ ਮੈਗਨੀਫਾਈਜ਼ ਦਾ ਮਤਲਬ ਹੁੰਦਾ ਵੱਡਾ ਕਰਨਾ, ਛੋਟੀ ਚੀਜ਼ ਨੂੰ ਵੱਡਾ ਕਰਕੇ ਦਿਖਾਉਣਾ, ਉਹਨੂੰ ਮੈਗਨੀਫਾਈਜ਼ ਕਹਿੰਦੇ ਆ। The movement of plant tissues 10,000 times and can record the reaction of plants to manures. Manure ਹੁੰਦਾ ਖਾਦ, ਜਿਹੜਾ ਪੌਦਿਆਂ ਨੂੰ ਆਪਾਂ ਖਾਦ ਪਾਉਂਦੇ ਹਾਂ ਨਾ, ਖਾਦ, ਰੂੜੀ ਜਿਹਨੂੰ ਕਹਿ ਦਿੰਦੇ ਆ, ਉਹਦੇ ਵਰਡ ਯੂਜ਼ ਕਰਦੇ ਮੈਨਿਓਰ। ਨੋਇਸ ਆਵਾਜ਼, ਸਟਿਮੂਲੀ ਹੁੰਦਾ ਉਤੇਜਨਾ। The Crescograph proved that Bose had not been wrong. It showed that plants have heart and are capable of feeling. ਇਹ ਪੌਦੇ ਦੇ ਟਿਸ਼ੂਆਂ ਦੀ ਗਤੀ ਨੂੰ 10,000 ਵਾਰ ਵਧਾਉਂਦਾ ਹੈ, ਯਾਨੀ 10,000 ਵਾਰ ਉਹਨੂੰ ਵੱਡਾ ਕਰਕੇ ਦਿਖਾਉਂਦਾ ਸਾਨੂੰ। ਅਤੇ ਪੌਦਿਆਂ ਦੀ ਖਾਦ, ਸ਼ੋਰ ਅਤੇ ਹੋਰ ਉਤੇਜਨਾ ਦੀ ਪ੍ਰਤੀਕਿਰਿਆ ਨੂੰ ਰਿਕਾਰਡ ਕਰਦਾ ਹੈ। ਜਦੋਂ ਆਪਾਂ ਨੂੰ ਖਾਦ ਪਾਉਂਦੇ ਹਾਂ ਜਾਂ ਉਹਦੇ ਆਲੇ ਦੁਆਲੇ ਸ਼ੋਰ ਪੈਂਦਾ ਜਾਂ ਹੋਰ ਕੁਛ ਹੁੰਦਾ ਤਾਂ ਉਹਦੇ ਨਾਲ ਪੌਦਿਆਂ ਦੇ ਉੱਤੇ ਕੀ ਹੁੰਦਾ, ਇਸ ਚੀਜ਼ ਨੂੰ ਉਹ ਰਿਕਾਰਡ ਕਰਦਾ ਹੈ। ਕੌਣ ਕਰਦਾ ਹੈ? ਉਹ ਇੰਸਟਰੂਮੈਂਟ ਜੋ ਬੋਸ ਨੇ ਬਣਾਇਆ ਹੈ, ਉਹਦਾ ਕੀ ਨਾਂ ਆ? ਕ੍ਰੈਸਕੋਗ੍ਰਾਫ। ਕ੍ਰੈਸਕੋਗ੍ਰਾਫ ਨੇ ਸਾਬਤ ਕਰ ਦਿੱਤਾ ਕਿ ਬੋਸ ਗਲਤ ਨਹੀਂ ਸੀ। ਇਸ ਨੇ ਦਿਖਾਇਆ ਕਿ ਪੌਦਿਆਂ ਦੇ ਦਿਲ ਹੁੰਦੇ ਹਨ ਅਤੇ ਮਹਿਸੂਸ ਕਰਨ ਦੇ ਸਮਰਥ ਹੁੰਦੇ ਹਨ। ਇਹ ਗੱਲ ਉਸ ਦੀ ਮਸ਼ੀਨ ਨੇ ਦੱਸ ਦਿੱਤੀ। The Crescograph indicated that plants have a keen sight and react to rays of light and wireless waves. Waves ਹੁੰਦਾ ਤਰੰਗਾਂ। The machine proved that plants have a special sense which tells them of the approach of a stranger. Stranger ਹੁੰਦਾ ਅਜਨਬੀ, approach ਹੁੰਦਾ ਆਉਣਾ, ਪਹੁੰਚਣਾ। ਕ੍ਰੈਸਕੋਗ੍ਰਾਫ ਨੇ ਸੰਕੇਤ ਦਿੱਤਾ ਕਿ ਪੌਦਿਆਂ ਦੀ ਇੱਕ ਚੰਗੀ ਨਜ਼ਰ ਹੁੰਦੀ ਹੈ ਅਤੇ ਰੌਸ਼ਨੀ ਅਤੇ ਵਾਇਰਲੈਸ ਲਹਿਰਾਂ ਦੀਆਂ ਕਿਰਨਾਂ ਪ੍ਰਤੀ ਪ੍ਰਤੀਕਿਰਿਆ ਕਰਦੇ ਆ। ਪੌਦਿਆਂ ਦੀ ਯਾਨੀ ਉਹ ਮਹਿਸੂਸ ਕਰਦੇ ਆ, ਦੇਖਦੇ ਆ, ਉਹਦੀ ਨਜ਼ਰ ਹੁੰਦੀ ਆ। ਮਸ਼ੀਨ ਨੇ ਸਾਬਤ ਕੀਤਾ ਕਿ ਪੌਦਿਆਂ ਦੀ ਇੱਕ ਵਿਸ਼ੇਸ਼ ਭਾਵਨਾ ਹੁੰਦੀ ਹੈ ਜੋ ਉਹਨਾਂ ਨੂੰ ਕਿਸੇ ਅਜਨਬੀ ਦੇ ਆਉਣ ਬਾਰੇ ਦੱਸਦੀ ਹੈ। ਜਦੋਂ ਉਹਨਾਂ ਦੇ ਕੋਲ ਕੋਈ ਜਾਂਦਾ ਆ ਤਾਂ ਇਸ ਬਾਰੇ ਉਹਨਾਂ ਨੂੰ ਮਹਿਸੂਸ ਕਰਾਉਂਦੀ ਆ। The story of this great scientist will not be complete without some mention of his concern for India and her people. He had a deep faith in the intelligence of his countrymen. ਇਸ ਮਹਾਨ ਵਿਗਿਆਨੀ ਦੀ ਕਹਾਣੀ ਭਾਰਤ ਅਤੇ ਉਸ ਦੇ ਲੋਕਾਂ ਪ੍ਰਤੀ ਆਪਣੀ ਚਿੰਤਾ ਦੱਸੇ ਬਗੈਰ ਸੰਪੂਰਨ ਨਹੀਂ ਹੋਵੇਗੀ। ਉਸ ਨੂੰ ਆਪਣੇ ਦੇਸ਼ ਵਾਸੀਆਂ ਦੀ ਸੂਝ-ਬੂਝ ਉੱਤੇ ਡੂੰਘਾ ਵਿਸ਼ਵਾਸ ਸੀ। Bose was certain that they were as capable of doing great things today as their ancestors. word ਹੈਗਾ ancestor ਹੁੰਦਾ ਪੂਰਵਜ, ਪੁਰਖੇ, ਯਾਨੀ ਤੁਹਾਡੇ ਦਾਦੇ ਪੜਦਾਦੇ ਜਾਂ ਉਸ ਤੋਂ ਪਿਛਲੇ ਜਿਹੜੇ ਹੈਗੇ ਉਹ ਸਾਰੇ ਨੂੰ ਆਪਾਂ ਐਨਸੈਸਟਰਸ ਕਹਿੰਦੇ ਹਾਂ।
had done in the past. In an address at the convocation of University of Mysore in November 1927, Sir Jagdish Chandra Bose spoke about India's glory in past and declared that it was action and not idleness that was responsible for that glory. ਗਲੋਰੀ ਹੁੰਦਾ ਪ੍ਰਸਿੱਧੀ, ਮਹਿਮਾ, ਜਿੱਤ, ਉਹਨੂੰ ਆਪਾਂ ਗਲੋਰੀ ਕਹਿੰਦੇ ਹਾਂ। ਬੋਸ ਨਿਸ਼ਚਿਤ ਸੀ ਕਿ ਉਹ ਅੱਜ ਮਹਾਨ ਕਾਰਜ ਕਰਨ ਦੇ ਯੋਗ ਸਨ ਕਿਉਂਕਿ ਉਹਨਾਂ ਦੇ ਪੁਰਖਿਆਂ ਨੇ ਪਹਿਲਾਂ ਇਹ ਕਾਰਜ ਕੀਤੇ ਸਨ। ਨਵੰਬਰ 1927 ਵਿੱਚ ਮੈਸੂਰ ਯੂਨੀਵਰਸਿਟੀ ਦੇ ਇੱਕ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਸਰ ਜਗਦੀਸ਼ ਚੰਦਰ ਬੋਸ, ਇਸ ਤੋਂ ਪਹਿਲਾਂ ਬੱਚਿਓ ਇਹਨਾਂ ਦਾ ਪੂਰਾ ਨਾਂ ਨਹੀਂ ਆਇਆ, ਤਾਂ ਨਾਂ ਇਹਨਾਂ ਦਾ ਪੂਰਾ ਕੀ ਸੀ ਬੋਸ ਜੀ ਦਾ? ਸਰ ਜਗਦੀਸ਼ ਚੰਦਰ ਬੋਸ ਨੇ ਪਿਛਲੇ ਦਿਨੀ ਭਾਰਤ ਦੀ ਵਡਿਆਈ ਬਾਰੇ ਗੱਲ ਕੀਤੀ ਅਤੇ ਐਲਾਨ ਕੀਤਾ ਕਿ ਇਹ ਕਾਰਜ ਸੀ ਨਾ ਕਿ ਵਿਹਲਾਪਣ ਜੋ ਕਿ ਉਸ ਦੀ ਮਹਿਮਾ ਲਈ ਜ਼ਿੰਮੇਵਾਰ ਸੀ। ਉਸ ਦੀ ਮਹਿਮਾ ਮਤਲਬ ਉਸ ਦੀ ਗਲੋਰੀ, ਉਹਦੀ ਜਿੱਤ, ਉਹਦੀ ਪ੍ਰਸਿੱਧੀ ਲਈ ਕੀ ਜ਼ਿੰਮੇਵਾਰ ਸੀ? ਵੀ ਜੋ ਉਹਨੇ ਕੰਮ ਕੀਤੇ ਆ, ਵਿਹਲੇ ਬਹਿ ਕੇ ਉਹਨੇ ਜਿਹੜਾ ਇਹ ਪ੍ਰਸਿੱਧੀ ਨਹੀਂ ਪ੍ਰਾਪਤ ਕੀਤੀ ਹੈ। He believed that there could be no happiness for a single person until it had been one for all, and this great scientist wanted his countrymen to have undying hope and faith in the future. ਉਹ ਮੰਨਦਾ ਸੀ ਕਿ ਇਕੱਲੇ ਵਿਅਕਤੀ ਲਈ ਕੋਈ ਖੁਸ਼ੀ ਨਹੀਂ ਹੋ ਸਕਦੀ ਜਦ ਤੱਕ ਕਿ ਸਭ ਲਈ ਨਹੀਂ ਜਿੱਤਿਆ ਜਾਵੇ। ਯਾਨੀ ਜੇ ਤੁਸੀਂ ਜਿੱਤਦੇ ਆ ਤਾਂ ਜਿੱਤ ਸਾਰਿਆਂ ਦੀ ਹੋਣੀ ਚਾਹੀਦੀ, ਇਕੱਲੇ ਬੰਦੇ ਦੀ ਜਿੱਤ ਨਹੀਂ ਹੁੰਦੀ। ਕਹਿੰਦਾ ਜੇ ਮੇਰੀ ਪ੍ਰਸਿੱਧੀ ਆ ਤਾਂ ਸਾਰੇ ਭਾਰਤ ਦੀ ਪ੍ਰਸਿੱਧੀ ਆ, ਇਕੱਲੀ ਮੇਰੀ ਨਹੀਂ ਹੈਗੀ। ਅਤੇ ਇਹ ਮਹਾਨ ਵਿਗਿਆਨੀ ਚਾਹੁੰਦਾ ਸੀ ਕਿ ਉਸ ਦੇ ਦੇਸ਼ ਵਾਸੀਆਂ ਨੂੰ ਭਵਿੱਖ ਵਿੱਚ ਸਦੀਵੀ ਉਮੀਦ ਅਤੇ ਵਿਸ਼ਵਾਸ ਮਿਲੇ। ਸੋ ਬੱਚਿਓ ਇਹ ਲੈਸਨ ਸੀਗਾ ਪਲਾਂਟਸ ਆਲਸੋ ਬਰੀਥ ਐਂਡ ਫੀਲ, ਯਾਨੀ ਪੇੜ ਪੌਦੇ ਸਾਹ ਵੀ ਲੈਂਦੇ ਆ ਅਤੇ ਫੀਲ ਵੀ ਕਰਦੇ ਆ। ਇਸ ਗੱਲ ਨੂੰ ਪ੍ਰੂਵ ਕਰਤਾ ਸਰ ਜਗਦੀਸ਼ ਚੰਦਰ ਬੋਸ ਨੇ। ਉਹਨਾਂ ਨੇ ਇੱਕ ਐਸਾ ਇੰਸਟਰੂਮੈਂਟ ਬਣਾਇਆ, ਇੱਕ ਮਸ਼ੀਨ ਬਣਾਈ ਜਿਹਦਾ ਨਾਮ ਸੀ ਕ੍ਰੈਸਕੋਗ੍ਰਾਫ, ਜੋ ਪੇੜ ਪੌਦਿਆਂ ਦੀ ਗਰੋਥ ਨੂੰ ਰਿਕਾਰਡ ਕਰਦਾ ਸੀ, ਜੋ ਇਹ ਦੱਸਦਾ ਸੀਗਾ ਵੀ ਜਦੋਂ ਵੀ ਉਹਨਾਂ ਵੱਲ ਕੋਈ ਆਉਂਦਾ ਆ, ਅਜਨ ਵੀ ਆਉਂਦਾ ਆ, ਤਾਂ ਉਹਨਾਂ ਦੇ ਵਿੱਚ ਕੋਈ ਪ੍ਰਤੀਕਿਰਿਆ ਹੁੰਦੀ ਆ। ਪੇੜ ਪੌਦੇ ਵੀ ਥੱਕਦੇ ਆ, ਉਦਾਸ ਹੁੰਦੇ ਆ ਅਤੇ ਖੁਸ਼ ਹੁੰਦੇ ਆ। ਸੋ ਇਹ ਸੀ 9ਵੀਂ ਕਲਾਸ ਦਾ ਲੈਸਨ ਪਲਾਂਟਸ ਆਲਸੋ ਬਰੀਥ ਐਂਡ ਫੀਲ, ਅਤੇ ਇਹਦੇ ਕੁਐਸਚਨ ਆਨਸਰ ਬੱਚਿਓ ਆਪਾਂ ਬਾਅਦ 'ਚ ਅਗਲੀ ਵੀਡੀਓ 'ਚ ਕਰਾਂਗੇ। ਥੈਂਕਸ।